ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਿਓ ਗੁਰੂ ਰੂ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੇ ਲੱਖ ਇਸਤਰੀਆਂ ਭੋਗ ਕਰੇ ਨਵਖੰਡ ਰਾਜ ਕਮਾਹੇ। ਜੇਕਰ ਕੋਈ ਕਹੇ ਕਿ ਮੈਨੂੰ ਰਾਜ ਤੇ ਲੱਖਾਂ ਇਸਤਰੀਆਂ ਦੇ ਭੋਗਣ ਕਰਕੇ ਸ਼ਾਂਤੀ ਤੇ ਗਿਆਨ ਪ੍ਰਾਪਤ ਹੋਵੇ ਤਾਂ ਨਹੀਂ ਹੋ ਸਕਦਾ, ਸਗੋਂ ਤ੍ਰਿਸ਼ਨਾ ਵਧੇਰੇ ਹੁੰਦੀ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਕਰਨ ਕਾਰਨ ਜੋਤੀ ਸਰੂਪ ਇੱਕ ਵਾਰੀ ਸੈਰ ਕਰਦੇ ਕਰਦੇ ਟਾਪਟੀ ਨਦੀ ਦੇ ਕਿਨਾਰੇ ਬੈਠੇ ਹੋਏ ਭਾਈ ਮਰਦਾਨੇ ਪਾਸੋਂ ਸ਼ਬਦ ਸੁਣ ਰਹੇ ਸੀ ਤੇ ਅਪਾਰ ਸੰਗਤ ਵੀ ਉਹਨਾਂ ਨਾਲ ਜੁੜੀ ਹੋਈ ਸੀ। ਉਸ ਸਮੇਂ ਵਿੱਚ ਉਸ ਨਗਰ ਦਾ ਰਾਜਾ, ਜਿਸ ਦੀਆਂ ਕਈ ਇਸਤਰੀਆਂ ਸਨ, ਉਹ ਵੀ ਦਰਸ਼ਨ ਕਰਨ ਵਾਸਤੇ ਆਇਆ ਤੇ ਮੱਥਾ ਟੇਕ ਕੇ ਬੈਠ ਗਿਆ ਅਤੇ ਮਹਾਰਾਜ ਜੀ ਦੇ ਪਾਸ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ, ਮੇਰੇ ਚਿੱਤ ਨੂੰ ਸ਼ਾਂਤੀ ਬਖਸ਼ੋ। ਬਚਨ ਹੋਇਆ, ਸਿੱਖ ਸਾਧ ਦੀ ਸੇਵਾ ਕਰਿਆ ਕਰੋ। ਉਹਨਾਂ ਦੇ ਉਪਦੇਸ਼ ਦੁਆਰਾ ਚਿੱਤ ਨੂੰ ਆਪੇ ਹੀ ਸ਼ਾਂਤੀ ਪ੍ਰਾਪਤ ਹੋ ਜਾਏਗੀ। ਤਾਂ ਉਹ ਰਾਜਾ ਗੁਰੂ ਜੀ ਦਾ ਹੁਕਮ ਮੰਨ ਕੇ ਆਏ ਹੋਏ ਹਰ ਸਾਧ ਸੰਤ ਦੀ ਸੇਵਾ ਕਰਨ ਲੱਗ ਪਿਆ। ਪਰ ਰਾਜਕਾਜ ਦੇ ਵਿੱਚ ਅਜਿਹਾ ਫਸਿਆ ਹੋਇਆ ਸੀ ਕਿ ਉਸ ਦਾ ਚਿੱਤ ਉਪਰਾਮ ਨਹੀਂ ਸੀ ਹੁੰਦਾ। ਮੁੱਕਦੀ ਗੱਲ ਕੀ ਸੀ ਕਿ ਜਿਸ ਵੇਲੇ ਉਹ ਮਰਨ ਲੱਗਾ ਤੇ ਨੌਕਰਾਂ ਚਾਕਰਾਂ ਨੂੰ, ਇਸਤਰੀਆਂ ਨੂੰ ਬੁਲਾਇਆ ਤੇ ਹੁਕਮ ਦਿੱਤਾ ਕਿ ਮੇਰੇ ਖਜ਼ਾਨੇ ਗਿਣੇ ਜਾਣ ਤੇ ਮੇਰੇ ਜਿੱਤੇ ਹੋਏ ਦੇਸ਼ਾਂ ਦੇ ਨਾਂ ਮੇਰੇ ਪ੍ਰਤੀ ਸੁਣਾਏ ਜਾਣ ਅਤੇ ਜਿਹੜੇ ਲਾਲ ਮੈਂ ਖਜ਼ਾਨੇ ਵਿੱਚ ਪਾਏ ਹਨ ਸਭਨਾਂ ਦਾ ਦਰਸ਼ਨ ਕਰਾਇਆ ਜਾਏ ਤੇ ਸਭ ਇਸਤਰੀਆਂ ਸੁੰਦਰ ਸੁੰਦਰ ਗਹਿਣੇ ਕੱਪੜੇ ਪਾ ਕਰਕੇ ਮੇਰੇ ਪਾਸ ਆ ਖੜੋਵਣ। ਸਭ ਚਾਕਰ ਵਰਦੀ ਪਹਿਨ ਕੇ ਤਿਆਰ ਹੋ ਜਾਣ। ਤਾਂ ਰਾਜੇ ਦਾ ਹੁਕਮ ਸੁਣ ਕੇ ਰਾਜਾ ਪ੍ਰਸੰਨ ਹੁੰਦਾ, ਪਰ ਵੇਰ ਰੋਦਨ ਕਰ ਕਰਕੇ ਬੜਾ ਪਛਤਾਪ ਕਰਦਾ ਕਿ ਦੇਖੋ, ਇਹਨਾਂ ਇਸਤਰੀਆਂ ਦੀ ਖਾਤਰ ਮੈਂ ਬੜੇ ਯੁੱਧ ਜੰਗ ਕੀਤੇ ਤੇ ਇਹਨਾਂ ਨੂੰ ਜਿੱਤ ਕੇ ਆਂਦਾ, ਪਰ ਹਾਏ ਅਫਸੋਸ, ਹੁਣ ਇਹ ਵੀ ਛੁੱਟੀਆਂ। ਫੇਰ ਖਜ਼ਾਨੇ ਸਭ ਸੁਣਾਏ ਗਏ ਕਿ ਤੇਰੇ ਖਜ਼ਾਨੇ ਇਸ ਵੇਲੇ 20 ਖਰਬ 10 ਅਰਬ ਦੇ ਲਗਭਗ ਹਨ। ਮੋਤੀ ਲਾਲ ਲਿਆ ਕੇ ਦਿਖਾਏ ਤਾਂ ਰਾਜਾ ਜ਼ਾਰ-ਜ਼ਾਰ ਰੋਣ ਲੱਗਾ ਤੇ ਇੱਕ ਲਾਲ, ਜਿਸ ਦੀ ਕੀਮਤ ਕਈ ਕਰੋੜ ਸੀ, ਜੋ ਕਿ ਉਸਨੇ ਬੁਰੀ ਸਖਤ ਕਾਲ ਨਾਲ ਲਿਆਂਦਾ ਹੋਇਆ ਸੀ, ਉਸ ਨੂੰ ਦੇਖਦੇ ਸਾਰ ਹੀ ਉਸਦੇ ਨੇਤਰਾਂ ਤੋਂ ਜਲ ਵਗਣ ਲੱਗਾ ਅਤੇ ਛਾਤੀ ਤੇ ਹੱਥ ਮਾਰ ਕੇ ਹਾਏ ਹਾਏ ਕਰਨ ਲੱਗਾ। ਇੰਨੇ ਚਿਰ ਨੂੰ ਸ਼੍ਰੀ ਗੁਰੂ ਜੀ ਮਹਾਰਾਜ ਜੀ ਨੇ ਆ ਕੇ ਦਰਸ਼ਨ ਦਿੱਤੇ ਤੇ ਰਾਜੇ ਨੂੰ ਗਿਆਨ ਦ੍ਰਿੜਾ ਕੇ ਕਿਹਾ ਕਿ ਹੇ ਰਾਜਾ, ਤੇਰਾ ਤਾਂ ਇਸ ਵਿੱਚ ਕੁਝ ਵੀ ਨਹੀਂ ਹੈ। ਇਹ ਸਭ ਸੰਜੋਗਾਂ ਦਾ ਮੇਲਾ ਸੀ। ਇਸ ਦੇਸ਼ ਨੂੰ ਤੇ ਇਸ ਖਜ਼ਾਨੇ ਨੂੰ ਕਈ ਖਾ ਗਏ, ਕਈ ਜਿੱਤ ਗਏ ਤੇ ਕਈ ਜਿੱਤ ਕਰਕੇ ਜਮ੍ਹਾਂ ਕਰਨਗੇ। ਇਹ ਇਸਤਰੀਆਂ ਵੀ ਤੇਰੀਆਂ ਨਹੀਂ ਸਨ, ਕੇਵਲ ਪੂਰਵਲੇ ਜਨਮਾਂ ਦੇ ਸੰਜੋਗ ਕਰਕੇ ਪ੍ਰਾਪਤ ਹੋ ਗਈਆਂ ਸਨ ਤੇ ਹੁਣ ਵਿਜੋਗ ਕਰਕੇ ਵਿਛੜ ਜਾਣਗੀਆਂ। ਮਹਾਰਾਜ ਜੀ ਦੇ ਇਸ ਤਰ੍ਹਾਂ ਦੇ ਉਪਦੇਸ਼ ਕਰਨ ਕਰਕੇ ਉਸ ਦੇ ਚਿੱਤ ਨੂੰ ਸ਼ਾਂਤੀ ਪ੍ਰਾਪਤ ਹੋਈ ਤੇ ਉਹ ਮੁਕਤੀ ਨੂੰ ਪ੍ਰਾਪਤ ਹੋ ਗਿਆ। ਬਿਨਾਂ ਸਤਿਗੁਰਾਂ ਦੇ ਉਪਦੇਸ਼ ਦੇ ਇਹ ਜੀ ਮਾਇਆ ਵਿੱਚ ਲੱਗ ਕੇ ਆਪਣੀ ਉਮਰ ਨੂੰ ਮਿੱਟੀ ਤੇ ਘੱਟੇ ਕੋਡਿਆਂ ਵਿੱਚ ਰੁਲਾ ਰਿਹਾ ਹੈ। ਸਾਧ ਸੰਗਤ ਦੇ ਕਰਨ ਕਰਕੇ ਇਸ ਪ੍ਰਾਣੀ ਨੂੰ ਆਪਣੇ ਆਪ ਦੀ ਪ੍ਰਾਪਤੀ ਹੁੰਦੀ ਹੈ ਤੇ ਕਲਿਆਣ ਹੁੰਦੀ ਹੈ। ਜੋ ਕੁਛ ਕਰਨਾ ਸੋ ਕਰ ਰਿਹਾ, ਅਵਰ ਨਾ ਕਰਨਾ ਜਾਏ। ਜੋ ਕੁਛ ਪਰਮਾਤਮਾ ਨੇ ਕਰਨਾ ਹੈ ਸੋ ਕਰ ਰਿਹਾ ਹੈ, ਉਲਟ ਕੁਝ ਨਹੀਂ ਹੋ ਸਕਦਾ। ਤਥਾ ਪ੍ਰਾਰਬਧ ਬੜੀ ਜ਼ੋਰਾਵਰ ਹੁੰਦੀ ਹੈ, ਕਿਸੇ ਪ੍ਰਕਾਰ ਕਰਕੇ ਵੀ ਟਲ ਨਹੀਂ ਸਕਦੀ, ਭਾਵੇਂ ਕੋਈ ਕੁਛ ਵੀ ਕਰੇ। ਇਸੇ ਤਰ੍ਹਾਂ ਗੁਰੂ ਜੀ ਦੇ ਪਾਸ ਦੋ ਸਿੱਖ ਝਗੜਦੇ ਆਏ ਤੇ ਬੇਨਤੀ ਕੀਤੀ ਕਿ ਹੇ ਸੱਚੇ ਪਾਤਸ਼ਾਹ ਜੀ, ਪ੍ਰਾਰਬਧ ਚੰਗੀ ਹੁੰਦੀ ਹੈ ਕਿ ਉਦਮ ਵੱਡਾ ਹੈ, ਕਿਰਪਾ ਕਰਕੇ ਸਾਨੂੰ ਦੱਸ ਕੇ ਕਿਰਤਾਰਥ ਕਰੋ ਜੀ। ਤਾਂ ਸਾਹਿਬਾਂ ਨੇ ਆਖਿਆ ਕਿ ਭਾਈ, ਪ੍ਰਾਰਬਧ ਦੇ ਹੋਣ ਕਰਕੇ ਜੀਵਨ ਦੇ ਵਾਸਤੇ ਸਾਰੇ ਸਮਾਨ ਤਿਆਰ ਹੋ ਜਾਂਦੇ ਹਨ ਤੇ ਉਦਮ ਦੇ ਕਰਨ ਨਾਲ ਪ੍ਰਾਪਤ ਹੋ ਜਾਂਦੇ ਹਨ। ਸੋ ਪ੍ਰਾਰਬਧ ਹੁੰਦੀ ਹੈ ਤਾਂ ਉਦਮ ਵੀ ਆ ਜਾਂਦਾ ਹੈ, ਤੇ ਜਦੋਂ ਪ੍ਰਾਰਬਧ ਨਹੀਂ ਹੁੰਦੀ ਤਦੋਂ ਉਦਮ ਵੀ ਨਹੀਂ ਕੀਤਾ ਜਾਂਦਾ। ਇਸੇ ਤੇ ਇੱਕ ਸਾਖੀ ਇਸ ਤਰ੍ਹਾਂ ਹੈ। ਇੱਕ ਰਾਜਾ ਵੱਡਾ ਪਰਾਕਰਮੀ
ਬਲੀ ਜੈਤਵਾਰ ਉਦਮੀ ਸੀ। ਤਿਸ ਦੇ ਘਰ ਵਿਖੇ ਇੱਕ ਕੰਨਿਆ ਉਤਪੰਨ ਹੋਈ। ਤਾਂ ਪੰਡਤਾਂ ਨੂੰ ਸੱਦ ਕੇ ਰਾਜੇ ਨੇ ਪੁੱਛਿਆ ਕਿ ਮਹਾਰਾਜ ਜੀ, ਇਸ ਕੰਨਿਆ ਦੇ ਭਾਗ ਦੱਸੋ, ਕਿਹੋ ਜਿਹੇ ਹਨ। ਤਾਂ ਪੰਡਤਾਂ ਨੇ ਖੋਲ੍ਹ ਕੇ ਦੱਸਿਆ, ਇਹ ਕੰਨਿਆ ਤਾਂ ਇੱਕ ਫੰਦਕ ਦੇ ਘਰ ਰਹੇਗੀ ਤੇ ਸਾਰੀ ਉਮਰ ਭੱਠ ਝੋਕੇਗੀ। ਰਾਜੇ ਨੇ ਵਿਚਾਰਿਆ ਕਿ ਉਹ ਮੇਰੀ ਕੰਨਿਆ ਹੋਣ ਕਰਕੇ ਇਹ ਐਸੇ ਪੁਰਸ਼ ਦੇ ਪਾਸ ਜਾਏਗੀ, ਇਹ ਬਾਤ ਨਹੀਂ ਹੋਣੀ ਚਾਹੀਦੀ। ਤਾਂ ਉਸ ਕੰਨਿਆ ਨੂੰ ਉਸ ਰਾਜੇ ਨੇ ਧੌਲਰੀ ਪਾ ਦਿੱਤਾ ਤੇ ਉਸ ਦੇ ਵਿਆਹ ਲਈ ਇੱਕ ਦੂਜੇ ਦੇਸ਼ ਦੇ ਰਾਜੇ ਦੇ ਪੁੱਤਰ ਵਾਸਤੇ ਛੁਹਾਰਾ ਭੇਜ ਕੇ ਸਾਹਾ ਲੱਗਣ ਗਿਣਿਆ। ਜਿਸ ਦਿਨ ਉਹ ਜਨੇਤੀ ਆਏ, ਉਸੇ ਹੀ ਦਿਨ ਰਾਜੇ ਦੇ ਉੱਪਰ ਇੱਕ ਗਨੀਮ ਤਿਸ ਦੀ ਕੰਨਿਆ ਰੂਪਵਤੀ ਜਾਣ ਕੇ ਉਸ ਦੇ ਖੋਹਣ ਵਾਸਤੇ ਚੜ੍ਹ ਆਇਆ। ਤਾਂ ਰਾਜੇ ਨੂੰ ਵੱਡੀ ਚਿੰਤਾ ਪ੍ਰਾਪਤ ਹੋਈ, ਪਰ ਓੜਕ ਨੂੰ ਵਿਚਾਰਿਆ ਕਿ ਮੈਂ ਜਵਾਈ ਨੂੰ ਜੋ ਜੇਕਰ ਉਹ ਮੇਰੀ ਸਹਾਇਤਾ ਕਰਕੇ ਇਸ ਨੂੰ ਹਟਵਾ ਦੇਵੇ ਤਾਂ ਉਸ ਨੂੰ ਕੰਨਿਆ ਦੇਵਾਂਗਾ, ਨਹੀਂ ਤਾਂ ਇਸ ਗਨੀਮ ਨੂੰ ਦੇ ਦਿਆਂਗਾ ਤੇ ਸੁਲ੍ਹਾ ਕਰ ਲਵਾਂਗਾ। ਇਸ ਤਰ੍ਹਾਂ ਨਾਲ ਵਿਚਾਰ ਕੇ ਉਸਨੇ ਆਪਣੇ ਜਵਾਈ ਨੂੰ ਕਿਹਾ। ਉਸਨੇ ਯੁੱਧ ਕਰਨਾ ਅੰਗੀਕਾਰ ਕੀਤਾ। ਇੱਧਰੋਂ ਜਦ ਲੜਕੀ ਦੀ ਮਾਤਾ ਨੂੰ ਖਬਰ ਹੋਈ ਕਿ ਗਨੀਮ ਚੜ੍ਹ ਕੇ ਆਏ ਹਨ, ਉਸਨੇ ਲੜਕੀ ਨੂੰ ਇੱਕ ਸੰਦੂਕ ਵਿੱਚ ਪਾ ਕੇ ਕੱਪੜਿਆਂ ਦੇ ਬਹਾਨੇ ਬਾਹਰ ਕਢਾਇਆ। ਅੱਗੇ ਪਹਿਰੇਦਾਰ ਜਿਹੜੇ ਬੈਠੇ ਸਨ, ਉਹਨਾਂ ਨੇ ਜਾਣਿਆ ਕਿ ਇਹ ਕੋਈ ਖਜ਼ਾਨਾ ਹੈ ਤੇ ਹੁਣ ਰਾਜੇ ਦੇ ਸਿਰ ਬਿਪਤਾ ਪਈ ਹੈ, ਅਸੀਂ ਹੀ ਸਾਂਭ ਲਈਏ, ਸਾਰੀ ਉਮਰ ਬੈਠ ਕੇ ਖਾਵਾਂਗੇ। ਤੇ ਇਹਨਾਂ ਨੇ ਸੰਦੂਕ ਨੂੰ ਚੁੱਕ ਕੇ ਰੱਸੇ ਬੰਨ੍ਹ ਕੇ ਪਾਣੀ ਦੇ ਵਿੱਚ ਜੋ ਦਰਿਆ ਚੱਲ ਰਿਹਾ ਸੀ ਉਸ ਵਿੱਚ ਲਮਕਾ ਦਿੱਤਾ ਕਿ ਇਸ ਤਰ੍ਹਾਂ ਨਾਲ ਰਾਜੇ ਨੂੰ ਵੀ ਖਬਰ ਨਹੀਂ ਹੋਏਗੀ। ਵਾਹਿਗੁਰੂ ਜੀ ਦੀ ਮਰਜ਼ੀ ਨਾਲ ਮਗਰਮੱਛ ਨੇ ਜੋ ਟੱਕਰ ਮਾਰੀ ਤਾਂ ਰੱਸਾ ਤੋੜ ਦਿੱਤਾ ਤੇ ਉਸ ਸੰਦੂਕ ਦੇ ਹੇਠਾਂ ਦੀ ਹੋ ਕੇ ਜਿਉਂ ਉਛਾਲ ਮਾਰੀ ਕਿ ਉਹ ਸੰਦੂਕ ਸਮੁੰਦਰੋਂ ਬਾਹਰ ਕਿਸੇ ਦੂਸਰੇ ਦੇਸ਼ ਵਿੱਚ ਜਾ ਪਿਆ ਤੇ ਟੋਟੇ ਟੋਟੇ ਫਟੀਆਂ ਹੋ ਗਈਆਂ। ਅੱਗੇ ਉੱਥੇ ਜੰਗਲ ਵਿੱਚ ਇੱਕ ਬਦਕ ਜਾਨਵਰ ਫੜਨ ਵਾਸਤੇ ਫਿਰ ਰਿਹਾ ਸੀ। ਉਸਨੇ ਤਿਸ ਨੂੰ ਵੇਖਿਆ ਤੇ ਆਪਣੇ ਚਿੱਤ ਵਿੱਚ ਦਇਆ ਧਾਰ ਕੇ ਘਰ ਲਿਆਂਦਾ ਅਤੇ ਸੇਵਾ ਟਹਿਲ ਕੀਤੀ ਅਤੇ ਸ਼ਾਦੀ ਕਰਕੇ ਘਰ ਵਸਾਇਆ। ਰਾਜਕੁਮਾਰੀ ਪੜਭੁੰਜੀ ਬਣ ਕੇ ਭੱਠ ਝੋਕ ਕੇ ਨਿਰਵਾਹ ਕਰਦੀ ਰਹੀ। ਉਧਰ ਦੋਵੇਂ ਹੀ ਰਾਜੇ ਕੱਟ ਕੱਟ ਕਰਕੇ ਢੇਰੀ ਹੋ ਗਏ ਤੇ ਹੱਥ ਕੁਝ ਵੀ ਨਾ ਆਇਆ। ਗਨੀਮ ਨੇ ਜਵਾਈ ਤੇ ਰਾਜੇ ਨੂੰ ਮਾਰ ਕੇ ਫਤਿਹ ਕਰਕੇ ਉਸ ਦੇ ਘਰ ਦੀ ਜਦ ਤਲਾਸ਼ੀ ਲਈ ਤਾਂ ਉਹ ਕੰਨਿਆ ਨਾ ਪ੍ਰਾਪਤ ਹੋਈ ਤੇ ਹੈਰਾਨ ਹੋ ਕੇ ਪਛਤਾਉਂਦੇ ਹੀ ਮੁੜ ਗਏ। ਸੋ ਮਹਾਰਾਜ ਜੀ ਨੇ ਕਿਹਾ, ਸੁਣੋ ਭਾਈ ਸਿੱਖੋ, ਕਿਸੇ ਦੇ ਵੱਸ ਤੇ ਕਿਸੇ ਦੇ ਹੱਥ ਕੁਝ ਨਹੀਂ ਹੈ। ਕਰਤਾਰ ਚਾਹੇ ਸੋ ਕਰੇ, ਪ੍ਰਾਰਬਧ ਮੁੱਖ ਹੈ। ਉਦਮ ਤਿਸ ਦੇ ਮਗਰ ਲੱਗਣ ਵਾਲਾ ਹੈ। ਉਦਮ ਤਦੇ ਹੀ ਭਲਾ ਹੁੰਦਾ ਹੈ ਕਿ ਜਦੋਂ ਪ੍ਰਾਰਬਧ ਹੁੰਦੀ ਹੈ। ਬਿਨਾਂ ਪ੍ਰਾਰਬਧ ਤੋਂ ਜਿਹੜਾ ਉਦਮ ਹੋਣਾ ਹੈ ਸੋ ਹਾਨੀਕਾਰਕ ਹੈ। ਦੇਖੋ, ਉਸ ਰਾਜੇ ਦੇ ਜਮਾਈ ਨੇ ਯੁੱਧ ਕਰਕੇ ਮਰਨਾ ਸੀ। ਭਾਵੇਂ ਉਹ ਵਿਆਹ ਕਰਾਉਣ ਆਇਆ ਸੀ, ਪਰ ਉਸ ਦਾ ਕਾਲ ਵਸਤੂ ਇੱਥੇ ਇਸ ਤਰ੍ਹਾਂ ਸੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।